ਮੂੰਹ ਮੰਗੀਆਂ ਮੁਰਾਦਾਂ ਪਾ ਲਈਏ। ਬਾਬਾ ਨੰਦ ਸਿੰਘ ਜੀ ਦੇ ਦਰ ਤੋਂ, ਬਾਬਾ ਨੰਦ ਸਿੰਘ ਜੀ ਦੇ ਦਰ ਤੋਂ, ਬਾਬਾ ਨੰਦ ਸਿੰਘ ਜੀ ਦੇ ਦਰ ਤੋਂ, ਬਾਬਾ ਨੰਦ ਸਿੰਘ ਜੀ ਦੇ ਦਰ ਤੋਂ। ਲੇਖ ਕਟੇ ਨ ਛੂਟੀਐ ਖਿਨ ਖਿਨ ਫੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅਸੀਂ ਖੱਤੇ ਬਹੁਤ ਕਮਾਵੰਦੇ ਅੰਤ ਨ ਪਾਰਾਵਾਰ। ਕਿਰਪਾ ਕਰਕੇ ਬਖਸ਼ ਲੈ ਹੋ ਹਮ ਪਾਪੀ ਵੱਡ ਗੁਨੇਗਾਰ। ਪਾਪੀ ਵੱਡ ਗੁਨੇਗਾਰ। ਲੇਖੈ ਛੋੜਿਆ ਲੇਖੈ ਛੂਟੈ ਹਮ ਨਿਰਗੁਣ ਲੈ ਹੋਇਆ ਵਾਰੀ। ਅਵਰ ਨ ਸੂਝੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ। ਅਵਰ ਨ ਸੂਝੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ। ਲੇਖੈ ਛੋੜ ਲੇਖੈ ਛੂਟੈ ਹਮ ਨਿਰਗੁਣ ਲੈ ਹੋਇਓ ਵਾਰੀ। ਰਾਖ ਲਿਓ ਇਹ ਵਾਰੀ ਇਹ ਵਾਰੀ। ਰਾਖ ਲਿਓ ਇਹ ਵਾਰੀ ਰਾਖ ਲਿਓ ਇਹ ਵਾਰੀ ਰਾਖ ਲਿਓ ਇਹ ਵਾਰੀ। ਵਾਹਿਗੁਰੂ 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 ਵਾਹਿਗੁਰੂ। ਸਦ ਬਖਸ਼ੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ। ਸਦ ਬਖਸ਼ੰਦ ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ। ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲਿਓ ਇਹ ਵਾਰੀ। ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ। ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾ। ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾ। ਨਾਨਕ ਦਾਸ ਸੰਤ ਪਾਛੈ ਪਰੇ। ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲਿਓ ਇਹ ਵਾਰੀ ਰਾਖ ਲਿਓ ਇਹ ਵਾਰੀ ਇਹ ਵਾਰੀ। ਰਾਖ ਲਿਓ ਇਹ ਵਾਰੀ ਰਾਖ ਲਿਓ ਇਹ ਵਾਰੀ ਰਾਖ ਲਿਓ ਇਹ ਵਾਰੀ ਰਾਖ ਲਿਓ ਇਹ ਵਾਰੀ। ਕਹਿਤ ਕਬੀਰ ਸੁਨਹੁ ਰੇ ਸੰਤੋ ਖੇਤੀ ਕਰਹੁ ਨਵੇਰਾ। ਅਬ ਕੀ ਵਾਰ ਬਹੁਰ ਨਾ
अब की वार बख्श बंदे को, बहरे ना भव जल फेरा। राख लिहो एह वारी, एह वारी, राख लिहो एह वारी, राख लिहो एह वारी, राख लिहो एह वारी, राख लिहो एह वारी। वाहिगुरु 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 वाहिगुरु। कहत कबीर सुनो रे संतो, खेती ही करो निबेरा। अब की वार बख्श बंदे को, बहुर ना भव जल फेरा। ਇਹ ਸਾਡਾ ਮਨੋਰਥ ਹੈ। ਇਸ ਮਨੋਰਥ ਨੂੰ ਸਮਝਦੇ ਹੋਏ ਅਸੀਂ ਸਾਰੇ ਮਾਂ ਦੀ ਯਾਦ ਵਿੱਚ ਬਹਿ ਕੇ ਵਾਹਿਗੁਰੂ 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 ਵਾਹਿਗੁਰੂ। ਸੋ ਬਾਬਾ ਜੀ ਨੇ ਸਾਨੂੰ ਦੱਸਿਆ ਵੀ ਹੈ, ਅੰਤੇ ਸਤਿਗੁਰ ਬੋਲਿਆ, ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਮਤ ਕੋਈ ਪਿੱਛੇ ਰੋਵਸੀ, ਸੋ ਮੈਂ ਮੂਲ ਨਾ ਪਾਇਆ। ਕੀਰਤਨ ਕਰਿਓ, ਸਿਮਰਨ ਕਰਿਓ, ਉੱਥੋਂ ਤੱਕ ਪਹੁੰਚੇਗਾ। ਤੇ ਆਓ ਸਾਰੇ ਮਿਲ ਕੇ ਜੁੜ ਕੇ ਅਰਦਾਸ ਵੀ ਕਰੀਏ ਤੇ ਇਸ ਅਰਦਾਸ ਤੋਂ ਸਿੱਖਿਆ ਵੀ ਲਈਏ, ਗਿਆਨ ਵੀ ਲਈਏ ਕਿ ਐ ਮਨਾ, ਅੱਜ ਤੈਂ ਕਿਸੇ ਦੀ ਅਰਦਾਸ ਵਿੱਚ ਬੈਠਾ ਹੈ ਤੇ ਯਾਦ ਰੱਖੀ, ਮਤਾ ਭੁੱਲ ਜਾਵੇਂ, ਇੱਕ ਨਾ ਇੱਕ ਦਿਨ ਇਹ ਅਰਦਾਸ ਤੇਰੀ ਵੀ ਹੋਏਗੀ। ਆਖੋ ਸਤਿਨਾਮ। ਇਹ ਅਰਦਾਸ ਤੇਰੀ ਵੀ ਹੋਣੀ ਹੈ, ਕਿਉਂਕਿ ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ। ਮੌਤ ਅਟਲ ਸਚਾਈ ਹੈ, ਮੌਤ ਅਟਲ ਸਚਾਈ ਹੈ। ਮਰਨ ਲਖਾਏ ਮੰਡਲ ਮੈਂ ਆਏ। ਜੀਵ ਜਦੋਂ ਮਾਤ ਲੋਕ ਦੀ ਧਰਤੀ ਤੇ ਆਉਂਦਾ ਹੈ ਤੇ ਆਪਣਾ ਮਰਨ ਦਾ ਸਮਾਂ ਵੀ ਨਿਸ਼ਚਿਤ ਕਰਵਾ ਕੇ ਆਉਂਦਾ ਹੈ। ਔਰ ਇਸ ਮੌਤ ਨੂੰ ਅਟਲ ਜਨਾਉਂਦੇ ਹੋਏ ਸਾਧ ਸੰਗਤ ਦਾਸ ਨੇ ਜੋ ਅਨੁਭਵ ਕੀਤਾ ਹੈ, ਉਹ ਤੇ ਇਹ ਹੈ ਕਿ ਜਦੋਂ ਅਸੀਂ ਸੰਸਕਾਰ 'ਤੇ ਜਾਂਦੇ ਹਾਂ ਤੇ ਤਾਂ ਵੀ ਮੁਰਦਾ ਸਾਨੂੰ ਕੁਝ ਸਿੱਖਿਆ ਦਿੰਦਾ ਹੈ। ਅੱਜ ਅੰਤਮ ਅਰਦਾਸ ਵਿੱਚ ਬੈਠੇ ਹਾਂ ਤੇ ਇਹ ਵੀ ਸਾਡੇ ਲਈ ਇੱਕ ਸਿੱਖਿਆ, ਸਾਡੇ ਲਈ ਇੱਕ ਗਿਆਨ ਹੈ ਕਿ ਪਿਛਲੇ ਨੇ ਜਿਹੜੇ ਉਹ ਸਮਝ ਲੈਣ, ਕੁਝ ਉਹਨਾਂ ਨੂੰ ਗਿਆਨ ਆ ਜਾਵੇ, ਕੁਝ ਸਮਝ ਪੈ ਜਾਵੇ ਕਿ ਜਿਹਨੇ ਸਾਨੂੰ ਇਹ ਫੁਲਵਾੜੀ ਜੀ ਤੋਂ ਸ਼ੁਰੂ ਹੋਈ ਹੈ, ਸਾਡੇ ਨਾਲ ਦੇ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਤਾਂ ਕਿ ਇਹ ਪਿਛਲਿਆਂ ਨੂੰ ਪਤਾ ਲੱਗ ਜੇ ਕਿ ਮੌਤ ਅਟਲ ਸਚਾਈ ਹੈ, ਸਾਰਿਆਂ ਨੇ ਇਸ ਮਾਰਗ 'ਤੇ ਜਾਣਾ ਹੈ। ਇਹ ਤੇ ਸਾਡੇ ਲਈ ਇੱਕ ਗਿਆਨ ਹੈ। ਸੋ ਬਾਬਾ ਜੀ ਇਸ ਜੀਵ ਨੂੰ, ਮੌਤ ਨੂੰ ਅਟਲ ਸਚਾਈ ਜਣਾਉਂਦੇ ਹੋਏ, ਪਿਛਲਿਆਂ ਨੂੰ ਸਮਝਾਉਂਦੇ ਹੋਏ, ਕਿਉਂ ਔਰ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੀ ਗੱਲ ਕਰਕੇ ਇਸ ਜੀਵ ਨੂੰ ਸਮਝਾਉਣਾ ਕਰਦੇ ਹਨ। ਬਾਬਾ ਜੀ ਕਥਨ ਕਰਦੇ ਨੇ, ਰਾਮ ਗਇਓ ਰਾਵਨ ਗਇਓ, ਜਾਂ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਤੇ ਨਾਲ ਇੱਕ ਹੋਰ ਖੁਲਾਸਾ ਕਰ ਦਿੱਤਾ, 1 ਲੱਖ ਪੂਤ 1.25 ਲੱਖ ਨਾਤੀ, ਤੇਹ ਰਾਵਨ ਘਰ ਦੀਆ ਨਾ ਬਾਤੀ। 1 ਲੱਖ ਪੁੱਤਰ
ਤੇ 1.25 ਲੱਖ ਜੀ ਦਾ ਰਿਸ਼ਤਾ ਨਾਤਾ ਸੀ, ਪੋਤਰੇ ਕਹਿ ਲਓ। 1.25 ਲੱਖ ਜੀ ਦਾ ਰਿਸ਼ਤਾ ਨਾਤਾ, ਐਡੀ ਵੱਡੀ ਫੌਜ, ਪਰ ਅਖੀਰ ਕਹਿੰਦੇ ਉਹਦੇ ਘਰ ਵੀ ਕੋਈ ਦੀਵਾ ਤੇ ਬੱਤੀ ਜਗਾਉਣ ਵਾਲਾ ਨਹੀਂ ਰਿਹਾ। ਤੇ ਰਾਵਣ ਘਰ ਦੀਆ ਨਾ ਬਾਤੀ, ਸੋਨੇ ਦੀ ਲੰਕਾ ਬਣਾਈ, 14 ਵਿਦਿਆ ਦਾ ਗਿਆਤਾ, 4 ਵੇਦ ਜੀ ਦੇ ਕੰਠ, ਬੜਾ ਵੱਡਾ ਪੰਡਤ ਤੇ ਗਿਆਨੀ, ਬੜਾ ਵੱਡਾ ਤਪੀਸ਼ਰ। ਬਾਬਾ ਜੀ ਕਹਿੰਦੇ ਰਾਵਣ ਵਰਗੇ ਵੀ ਇਸ ਸੰਸਾਰ ਤੇ ਨਹੀਂ ਰਹੇ। ਰਾਣਾ ਰਾਓ ਨਾ ਕੋਰ ਹੈ, ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨ ਬੰਧੈ ਢੀਡ। ਆਪਣੀ ਵਾਰੀ ਸੁਦੇ, ਆਪਣੀ ਵਾਰੀ ਅਨੁਸਾਰ, ਕੋਈ ਗਰਮੀ ਸਰਦੀ ਪਤਝੜ ਬਸੰਤ, ਕੋਈ ਹਾੜੀ ਤੇ ਕੋਈ ਸੌਣੀ, ਸਾਰਿਆਂ ਨੇ ਆਪੋ ਆਪਣੀ ਵਾਰੀ ਅਨੁਸਾਰ ਇਸ ਸੰਸਾਰ ਤੋਂ ਜਾਣਾ ਹੈ। ਤੇ ਇਹ ਗੱਲ ਇੱਕ ਭੇਦ ਰੂਪ ਵੀ ਬਾਬਾ ਜੀ ਨੇ ਰੱਖੀ ਹੈ ਕਿ ਮੌਤ ਦਾ ਕੋਈ ਪਤਾ ਨਹੀਂ। ਸੋ ਮੈਂ ਅਰਜ਼ ਕਰ ਰਿਹਾ ਵੀ ਇਹ ਸੰਸਾਰ ਮੌਤ ਇੱਕ ਅਟੱਲ ਸੱਚਾਈ ਜਣਾਉਂਦੇ ਹੋਏ ਬਾਬਾ ਜੀਆਂ ਨੇ ਸਾਨੂੰ ਸਮਝਾਉਣ ਵਾਸਤੇ ਹੁਣ ਆਪਾਂ ਆਏ ਹਾਂ। ਇਹ ਤੋਂ ਕੀ ਇੱਕ ਭੇਦ ਰੱਖਿਆ, ਕਿਸੇ ਨੂੰ ਕੋਈ ਪਤਾ ਨਹੀਂ ਕਿਹਦਾ ਕਿੰਨਾ ਸਮਾਂ ਹਲੇ ਬਾਕੀ ਹੈ। ਕਿਸੇ ਨੇ 4 ਮਹੀਨੇ ਕੱਟਣੇ ਨੇ, ਕਿਸੇ ਨੇ 4 ਸਾਲ ਕੱਟਣੇ ਨੇ, ਕਿਸੇ ਨੇ 4 ਦਿਨ ਕੱਟਣੇ ਨੇ, ਇਹ ਕੋਈ ਕਿਸੇ ਨੂੰ ਪਤਾ ਨਹੀਂ। ਕਿਆ ਜਾਣਾ ਕਿਵ ਮਰੇਂਗੇ, ਪਰ ਬਾਬਾ ਜੀ ਕਹਿੰਦੇ ਮੌਤ ਨੂੰ ਹਮੇਸ਼ਾ ਚੇਤੇ ਰੱਖ, ਨੇੜੇ ਹੀ ਜਾਣ, ਦੂਰ ਨਾ ਸਮਝ ਵੀ ਮੈਂ ਸਾਲਾਂ ਬੱਧੀ ਜਿਉਣਾ ਹੈ। ਗੁਰੂ ਨਾਨਕ ਸਾਹਿਬ ਨੇ ਤੇ ਕਹਿ ਦਿੱਤਾ, ਹਮ ਆਦਮੀ ਹਾਂ ਇੱਕ ਦਮੀ, ਇੱਕ ਦਮ ਦਾ ਬੰਦਾ ਹੈ ਤੂੰ, ਦਮ ਆ ਗਿਆ ਤੇ ਆਦਮੀ, ਦਮ ਨਾ ਆਇਆ ਤੇ ਤੂੰ ਮੁਰਦਾ ਹੈ। ਸੋ ਇਹ ਮੌਤ ਨੂੰ ਹਮੇਸ਼ਾ ਆਪਣੇ ਨੇੜੇ ਜਾਣ, ਕਿਉਂਕਿ ਅਟੱਲ ਸੱਚਾਈ ਹੈ, ਇਹ ਤੋਂ ਤੂੰ ਆਕੀ ਨਹੀਂ ਹੋ ਸਕਦਾ, ਭੱਜ ਨਹੀਂ ਸਕਦਾ। ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ, ਤਾਂ ਸਹਿਲਾ ਮਰਨਾ ਹੋਏ। ਉਹ ਪਰਮੇਸ਼ਰ ਚੇਤੇ, चेतना है तो चेत लै निस दिन में प्राणी, छिन छिन और विहात हैं फूटे घट ज्यों पानी, हर गुण काहे न गावई मूर्ख अज्ञाना, ओ झूठे लालच लग के नह मरण पिछाना। कर साध संगत सिमर माधो, हो पत तुपनीत, काल ब्याल ज्यों परियो डोलै, मुख पसारै मीत। ऐ मुख अड के बैठा है, ਉਹਨੂੰ ਮੌਤ ਨੂੰ ਤੂੰ ਦੂਰ ਨਾ ਜਾਣ, ਉਹ ਤੇਰੇ ਬਿਲਕੁਲ ਨੇੜੇ ਤੇ ਨਜ਼ਦੀਕ ਹੈ। ਜਿਵੇਂ ਛਿਪਕਲੀ ਮੂੰਹ ਅੱਡ ਕੇ ਐ ਮੱਛਰ ਨੂੰ ਮੱਖੀ ਨੂੰ ਪਕੜਨ ਵਾਸਤੇ ਬੈਠੀ ਹੈ, ਉਵੇਂ ਕਾਲ ਹੈ ਜਿਹੜਾ ਉਹ ਮੁੱਖ ਅੱਡ ਕੇ ਬੈਠਾ ਹੈ। ਪਤਾ ਨਹੀਂ ਕਦੋਂ ਉਹਨੇ ਝਪਟ ਮਾਰ ਦੇਣੀ ਹੈ ਤੇ ਤੈਨੂੰ ਮੌਤ ਦੇ ਰਾਹੀਂ ਤੋਰ ਦੇਣਾ ਹੈ। ਸੋ ਸਾਧ ਸੰਗਤ, ਇਹਦੇ ਵਿੱਚ ਬਾਬਾ ਜੀ ਕਹਿੰਦੇ ਆਪੋ ਆਪਣੀ ਵਾਰੀ ਸੁਦੇ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਬਾਬਾ ਜੀ ਨੇ ਇੱਥੋਂ ਤੱਕ ਗੱਲ ਮਗਾਤੀ, ਰਹਿਣ ਨਾ ਪਾਵੇ ਸੁਰ ਨਰ ਦੇਵਾ, ਊਟ ਸਿਧਾਰੇ ਕਰ ਮੁਨ ਜਨ ਸੇਵਾ। ਇੱਥੇ ਕੋਈ ਰਹਿਣਾ ਨਹੀਂ ਪਾਇਆ, ਸਭ ਨੇ ਚਲੇ ਜਾਣਾ ਹੈ। ਇਹੀ ਗਾਥਾ ਨੂੰ ਸਾਡੇ ਹੈਡ ਰਾਗੀ ਬਾਬਾ ਕਿਹਰ ਸਿੰਘ ਜੀ, ਧੰਨ ਬਾਬਾ ਆਨੰਦ ਸਿੰਘ ਜੀ ਦੇ ਹਜ਼ੂਰੀ ਰਾਗੀ, ਉਹਨਾਂ ਨੇ ਸੰਸਾਰ ਦੀ ਵਿੱਥਿਆ ਨੂੰ ਕਲਮਬੰਦ ਕੀਤਾ। ਕੀ ਲਿਖਿਆ? ਕਹਿੰਦੇ ਜਗ ਸੁਪਨੇ ਦੀ ਨਿਆਈ ਹੈ, ਮੌਜਾਂ ਮਾਣ ਦੇ ਕਈ ਅਮੀਰ ਤੁਰ ਗਏ। ਕੌਰੂ ਬਾਦਸ਼ਾਹ ਵਰਗੇ, ਸਿਕੰਦਰ ਬਾਦਸ਼ਾਹ ਵਰਗੇ, ਜਿਨ੍ਹਾਂ ਨੇ 46 ਗੰਜ ਮਾਇਆ ਦੇ ਜੋੜੇ, ਕਬਰਾਂ ਪੁੱਟ ਕੇ ਮੁਰਦਿਆਂ ਦੇ ਮੂੰਹਾਂ 'ਚੋਂ ਕੱਢ ਕੇ ਵੀ ਮਾਇਆ ਜੋੜੀ, ਬਾਬਾ ਜੀ ਕਹਿੰਦੇ ਨਹੀਂ ਰਹੇ। ਇਹ ਜਗ ਸੁਪਨੇ ਦੀ ਨਿਆਈ ਹੈ, ਮੌਜਾਂ ਮਾਣ ਦੇ ਕਈ ਅਮੀਰ ਤੁਰ ਗਏ, ਜਿਹਦੇ ਧਾਵਿਆਂ ਤੋਂ ਹਿੰਦ ਕੰਮਦੀ ਸੀ, ਤਖਤ ਤਾਜ ਨੂੰ ਛੱਡ ਅਖੀਰ ਤੁਰ ਗਏ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਤੇ ਭਾਈ, 12 ਯੋਜਨ ਛਤਰ ਚਲੇ ਥਾ, ਦੇਹੀ ਗਿਰਜ ਨ ਖਾਈ। 4 ਕੋਹਾਂ ਦਾ 1 ਯੋਜਨ ਹੁੰਦਾ, 12 ਚੌਂਕ 48 ਕੋਹਾਂ ਦੇ ਵਿੱਚ ਰਾਜੇ ਮਹਾਰਾਜੇ ਛਤਰ ਲੈ ਕੇ ਖੜਦੇ ਤੇ ਉਹਨਾਂ ਛਤਰਾਂ ਦੇ ਹੇਠ ਦੀ ਦੁਰਯੋਧਨ ਲੰਘਿਆ ਕਰਦਾ, ਜਿਹਦੇ ਧਾਵਿਆਂ ਤੋਂ ਹਿੰਦ ਕੰਮਦੀ ਸੀ, ਤਖਤ ਤਾਜ ਨੂੰ ਛੱਡ ਅਖੀਰ ਤੁਰ ਗਏ। ਰੋਹੀ ਰਹਿਣ ਵਾਲੇ, ਤਪ ਕਰਨ ਵਾਲੇ, ਵੇਲੇ ਆਖਰ ਦੇ ਪੀਰ ਫਕੀਰ ਤੁਰ ਗਏ, ਜਿਨ੍ਹਾਂ ਨੇ ਘਰ-ਬਾਰ ਛੱਡ ਕੇ ਕੇਵਲ ਵਾਹਿਗੁਰੂ ਵਾਹਿਗੁਰੂ ਜਪਿਆ, ਭਜਨ ਬੰਦਗੀ ਕੀਤੀ, ਰੋਈਆਂ 'ਚ ਛੱਪਰੀਆਂ 'ਚ ਦਿਨ ਕੱਟ ਲਏ। ਬਾਬਾ ਜੀ ਕਹਿੰਦੇ ਸਰੀਰ ਕਰਕੇ ਉਹ ਮਹਾਂਪੁਰਖ ਵੀ ਸੰਸਾਰ ਵਿੱਚ ਨਹੀਂ ਰਹੇ।
ਰੋਹੀ ਰਹਿਣ ਵਾਲੇ ਤਪ ਕਰਨ ਵਾਲੇ ਵੇਲੇ ਆਖਰ ਦੇ ਪੀਰ ਫਕੀਰ ਤੁਰ ਗਏ, ਜਿਨ੍ਹਾਂ ਨਾਲ ਰਲ ਖੇਡਾਂ ਖੇਡੀਆਂ ਸਨ, ਭੈਣਾਂ ਕੱਲੀਆਂ ਨੂੰ ਛੱਡ ਕਈ ਵੀਰ ਤੁਰ ਗਏ। ਜਿਨ੍ਹਾਂ ਨੇ ਇੱਕ ਮਾਂ ਦੇ ਪੇਟ 'ਚੋਂ ਜਨਮ ਲਿਆ, ਵੱਡੇ ਹੋਏ, ਇਕੱਠੇ ਖੇਡੇ, ਉਹਨਾਂ ਪਿਆਰੀਆਂ ਪਿਆਰੀਆਂ ਭੈਣਾਂ ਨੇ ਆਪਣੇ ਪਿਆਰੇ ਪਿਆਰੇ ਵੀਰਾਂ ਨੂੰ ਸੰਸਾਰ ਤੋਂ ਰੁਖਸ਼ਤ ਕਰ ਦਿੱਤਾ, ਵਿਦਾ ਕਰ ਦਿੱਤਾ। ਤੇ ਉਹ ਕਹਿਣ ਲੱਗੇ, ਬਈ ਦੇਖ, ਤੂੰ ਗਰੀਬਾਂ ਬਾਰੇ ਸੁਣ ਲਿਆ, ਅਮੀਰਾਂ ਬਾਰੇ ਸੁਣ ਲਿਆ, ਪੀਰਾਂ ਬਾਰੇ ਸੁਣ ਲਿਆ, ਫਕੀਰਾਂ ਬਾਰੇ ਸੁਣ ਲਿਆ, ਭੈਣਾਂ ਬਾਰੇ ਸੁਣ ਲਿਆ, ਵੀਰਾਂ ਬਾਰੇ ਸੁਣ ਲਿਆ, ਥੋੜ੍ਹਾ ਆਪਣੇ ਆਪ ਨੂੰ ਵੀ ਝੰਜੋੜਾ ਦੇ ਲੈ। ਆਪਣੇ ਆਪ ਨੂੰ, ਦੂਜੇ ਦਾ ਅਵਰ ਮੋਏ ਕਿਆ ਰੋਸ ਕਰੀਜੈ, ਦੂਜੇ ਦੇ ਮਰਨ ਤੇ ਰੋਸ ਕਰਦਾ। ਮੇਰਾ ਜਵਾਨ ਭਰਾ ਸੀ, ਮੇਰੀ ਜਵਾਨ ਮਾਤਾ ਸੀ, ਮੇਰੀ ਮਾਂ ਦੀ ਲੋੜ ਸੀ, ਵੀਰ ਦੀ ਲੋੜ ਸੀ, ਭਰਾ ਦੀ ਲੋੜ ਸੀ। ਠੀਕ ਹੈ, ਲੋੜਾਂ ਸਭ ਦੀਆਂ ਨੇ। ਮੈਂ ਤੇ ਇਹ ਵੀ ਕਹਿਣਾ ਹੈ, ਅੱਜ ਠੀਕ ਹੈ, ਮਾਂ ਬੜੀ ਵੱਡੀ ਉਮਰ ਬਤੀਤ ਕਰਕੇ ਗਈ ਹੈ, ਅਖੀਰ ਸੱਚ ਤੇ ਇਹ ਹੈ, ਵਡੇਰਿਆਂ ਦੀ ਵੀ ਬਹੁਤ ਲੋੜ ਹੁੰਦੀ ਹੈ। ਵਡੇਰਿਆਂ ਦੀ, ਬਜ਼ੁਰਗ ਮਾਤਾਵਾਂ ਦੀ, ਬਜ਼ੁਰਗ ਪਿਤਾ ਦੀ ਸਭ ਤੋਂ ਜ਼ਿਆਦਾ ਲੋੜ ਉਹਨਾਂ ਦੀ ਵੀ ਹੁੰਦੀ ਹੈ, ਕਿਉਂਕਿ ਸਾਧ ਸੰਗਤ ਉਹਨਾਂ ਬਿਨਾਂ ਵੀ ਹਨੇਰਾ ਹੀ ਹਨੇਰਾ, ਘਾਟਾ ਹੀ ਘਾਟਾ ਹੈ। ਕਿਉਂਕਿ ਜੋ ਪਿਆਰ, ਜੋ ਮਮਤਾ ਇੱਕ ਮਾਂ ਤੋਂ ਮਿਲਦੀ ਹੈ, ਹੋਰ ਕਿਸੇ ਤੋਂ ਨਹੀਂ ਮਿਲਦੀ, ਕਿਸੇ ਤੋਂ ਨਹੀਂ ਮਿਲਦੀ। ਸੋ ਸਾਧ ਸੰਗਤ, ਉਹਨਾਂ ਦੀ ਵੀ ਇੱਕ ਲੋੜ ਹੈ, ਉਹਨਾਂ ਦੀ ਵੀ। ਤੂੰ ਸਾਰਿਆਂ ਬਾਰੇ ਸੁਣ ਲਿਆ, ਅਵਰ ਮੋਏ ਕਿਆ ਰੋਸ ਕਰੀਜੈ, ਤਉ ਕੀਜੈ ਜੋ ਆਪਨ ਜੀਜੈ। ਜੇ ਤੂੰ ਜਿਉਂਦਾ ਰਹਿਣਾ ਹੋਵੇ ਤਾਂ ਕਰ, ਤੂੰ ਵੀ ਤਾਂ ਇੱਕ ਦਿਨ ਇਸ ਰਾਹੇ ਹੀ ਜਾਣਾ, ਇਸ ਮਾਰਗ ਤੇ ਹੀ ਜਾਣਾ। ਤੂੰ ਸਾਰਿਆਂ ਬਾਰੇ ਸੁਣ ਲਿਆ, ਪੀਰਾਂ ਬਾਰੇ ਸੁਣ ਲਿਆ, ਫਕੀਰਾਂ ਬਾਰੇ ਸੁਣ ਲਿਆ, ਗਰੀਬਾਂ ਬਾਰੇ ਸੁਣ ਲਿਆ, ਅਮੀਰਾਂ ਬਾਰੇ ਸੁਣ ਲਿਆ, ਭੈਣਾਂ ਬਾਰੇ ਸੁਣ ਲਿਆ ਤੇ ਵੀਰਾਂ ਬਾਰੇ ਸੁਣ ਲਿਆ। ਉਹ ਬੰਦਿਆ, ਉਹ ਮਨਾ, ਆਪਣੇ ਮਨ ਨੂੰ ਵੀ ਸਮਝਾ ਲੈ, ਆਪਣੇ ਆਪ ਨੂੰ ਵੀ ਸਮਝਾ ਲੈ। ਕਹਿੰਦੇ ਜਦੋਂ ਮੁਰਦਾ ਨਾ, ਜਿਹੜਾ ਮੁਰਦਾ, ਉਹ 3 ਸੰਕੇਤ ਦੇ ਕੇ ਜਾਂਦਾ, ਉਹ ਤੋਂ ਵੀ ਤਿੰਨ ਗਿਆਨ ਦੀਆਂ ਗੱਲਾਂ ਮਿਲਦੀਆਂ ਨੇ। ਪਹਿਲੀ ਗੱਲ ਕੀ ਕਹਿੰਦੇ, ਜਦੋਂ ਮੁਰਦੇ ਦੇ ਜਿਹੜੇ ਕੱਪੜੇ ਪਾਏ ਜਾਂਦੇ ਨੇ ਅਖੀਰਲੀ ਵਾਰ, ਕਹਿੰਦੇ ਉਹਦੀ ਕਮਾਈ 'ਚੋਂ ਨਹੀਂ ਪਾਏ ਜਾਂਦੇ, ਕੋਈ ਹੋਰ ਲੈ ਕੇ ਆਉਂਦਾ ਹੈ। ਜਿਵੇਂ ਸਹੁਰੇ ਪਰਿਵਾਰ 'ਚੋਂ ਆਉਂਦੇ ਨੇ, ਜੇ ਬੱਚੀ ਹੈ ਤੇ ਮਾਇਕਾ ਪਰਿਵਾਰ ਲੈ ਕੇ ਜਾਂਦਾ ਹੈ, ਕਹਿੰਦੇ ਕਿਤੋਂ ਹੋਰ ਆਉਂਦੇ ਨੇ, ਉਹਦੀ ਕਮਾਈ 'ਚੋਂ ਨਹੀਂ ਪੈਂਦੇ। ਤੇ ਨਾਲ ਉਹਨਾਂ ਕੱਪੜਿਆਂ ਦੇ ਬੋਝਾ ਨਹੀਂ ਲੱਗਿਆ ਹੁੰਦਾ, ਜੇਬ ਨਹੀਂ ਲੱਗੀ ਹੁੰਦੀ, ਜਿਹੜੇ ਅੰਤਲੇ ਸਮੇਂ ਪਾਏ ਜਾਂਦੇ ਨੇ ਕੱਪੜੇ, ਖਫਨ ਕਹਿ ਲਓ, ਉਹ ਖਫਨ ਦੇ, ਉਹਨਾਂ ਕੱਪੜਿਆਂ ਦੇ ਜੇਬ ਜਾਂ ਬੋਝਾ ਨਹੀਂ ਲੱਗਿਆ ਹੁੰਦਾ। ਉਹ ਇਸ ਗੱਲ ਦਾ ਸੰਕੇਤ ਹੈ। ਹੁਣ ਦੇਖੋ, ਸਾਡੇ 2-2 4-4 ਜੇਬਾਂ ਸਾਰਿਆਂ ਦੇ ਲੱਗੀਆਂ ਨੇ, ਕਿਸੇ ਦੇ 2 ਲੱਗੀਆਂ, ਕਿਸੇ ਦੇ 3 ਲੱਗੀਆਂ, 4-4 ਵੀ ਲੱਗੀਆਂ, ਕਿਉਂਕਿ ਕੀਮਤੀ ਵਸਤੂ ਸਮਾਨ ਪਾਉਣ ਵਾਸਤੇ ਬੋਝੇ ਲੱਗੇ ਹੁੰਦੇ ਨੇ, ਜੇਬ ਲੱਗੀ ਹੁੰਦੀ ਹੈ, ਪਰਸ ਪਾਉਣ ਵਾਸਤੇ, ਕੀਮਤੀ ਸਮਾਨ ਪਾਉਣ ਵਾਸਤੇ। ਸੰਸਾਰ ਵਿੱਚ ਵਰਦਿਆਂ ਕਈ ਜੇਬਾਂ ਸਾਡੇ ਲੱਗੀਆਂ ਨੇ। ਸੰਸਾਰ ਵਿੱਚ ਯਾਤਰਾ ਕਰਕੇ ਜਦੋਂ ਇਹ ਜੀਵ ਲੋਕ ਛੱਡ ਕੇ ਪਰਲੋਕ ਜਾਂਦਾ ਹੈ, ਤੇ ਅੰਤਲੇ ਸਮੇਂ ਇਹਦੇ ਜਿਹੜੇ ਕੱਪੜੇ ਪਾਏ ਜਾਂਦੇ ਨੇ, ਇਹਦੀ ਪਸੰਦ ਦੇ ਵੀ ਨਹੀਂ ਹੁੰਦੇ, ਔਰ ਚੰਗੀ ਤਰ੍ਹਾਂ ਸਿਲਾਈ ਵੀ ਨਹੀਂ ਕੀਤੀ ਹੁੰਦੇ, ਔਰ ਇਹਦੀ ਕਮਾਈ 'ਚੋਂ ਵੀ ਨਹੀਂ ਪਾਏ ਜਾਂਦੇ, ਔਰ ਅਖੀਰਲੀ ਗੱਲ, ਉਹਦੇ ਬੋਝਾ ਵੀ ਨਹੀਂ ਲੱਗਿਆ ਹੁੰਦਾ, ਜੇਬ ਵੀ ਨਹੀਂ ਲੱਗੀ ਹੁੰਦੀ। ਉਹ ਇਸ ਗੱਲ ਦਾ ਪ੍ਰਤੀਕ। ਤੇ ਇਹ ਬੰਦੇ ਦੁਨੀਆ ਵਿੱਚ ਆ ਕੇ ਕੌਡੀ ਜੋੜ ਕੇ ਜੋੜੀ ਲੱਖ ਕਰੋੜ, ਤੂੰ ਕਰੋੜਾਂ ਅਰਬਾਂ ਬਣਾ ਲਏ, ਕੁਝ ਕਮਾਇਆ, ਇਕੱਠਾ ਕੀਤਾ, ਤੇ ਉਹ ਰਹੀਆ ਮੁਸਾਫਰਾ, ਅੱਜ ਸੰਸਾਰ ਦੀ ਯਾਤਰਾ ਕਰਕੇ ਚੱਲਿਆ ਨਿਜ ਘਰ, ਅਸਲ ਘਰ। ਮਾਫ ਕਰਨਾ, ਜੋ ਇਕੱਠਾ ਕੀਤਾ ਲੈ ਕੇ ਕਿਵੇਂ ਜਾਏਗਾ, ਤੇਰੇ ਤੇ ਜੇਬ ਵੀ ਨਹੀਂ ਲੱਗੀ, ਆਖੋ ਸਤਨਾਮ, ਬੋਝਾ ਹੀ ਨਹੀਂ ਲੱਗਿਆ, ਉਹਨਾਂ ਕੱਪੜਿਆਂ ਦੇ ਜੇਬ ਨਹੀਂ ਹੁੰਦੀ। ਤੇ ਦੂਸਰਾ ਸੰਕੇਤ ਹੁੰਦਾ ਹੈ, ਬਿਲਕੁਲ ਸਫੈਦ ਤੇ ਚਿੱਟਾ ਕੱਪੜਾ ਮੁਰਦੇ ਤੇ ਪਾਇਆ ਜਾਂਦਾ ਹੈ, ਚਿੱਟਾ। ਉਹ ਇਸ ਗੱਲ ਦਾ ਦੁਨੀਆ ਵਿੱਚ ਆ ਕੇ ਬੜੇ ਰੰਗ ਮੰਚ ਕੀਤੇ, ਬੜੇ ਤਮਾਸ਼ੇ ਵੇਖੇ, ਬੜੇ ਰੰਗ ਕੀਤੇ। ਉਹ ਰਾਈਆ, ਤੂੰ ਜਾ ਰਿਹਾ ਆਪਣੇ ਘਰ, ਦੁਨੀਆ ਦਾ ਇੱਕ ਰੰਗ ਵੀ ਤੇਰੇ ਨਾਲ ਨਹੀਂ ਜਾ ਰਿਹਾ, ਬਿਲਕੁਲ ਚਿੱਟਾ ਤੇ ਸਫੈਦ, ਇਹ ਦੁਨੀਆ ਤੋਂ ਰੁਖਸ਼ਤ ਹੋ ਰਿਹਾ ਜਾ ਰਿਹਾ। ਤੇ ਤੀਸਰਾ ਸੰਕੇਤ ਹੁੰਦਾ, ਸੁਣਿਓ ਜਰਾ,
ਅਰਥੀ ਤਿਆਰ ਕੀਤੀ ਜਾਂਦੀ ਹੈ। ਅਰਥੀ ਤਿਆਰ ਕਰਕੇ 4 ਸਰੀਰ ਚੁੱਕਦੇ ਨੇ। ਇੱਥੋਂ ਦਾ ਤੇ ਥੋੜ੍ਹਾ ਜਿਹਾ ਮਾਹੌਲ ਸ਼ਹਿਰਾਂ ਦਾ ਤਬਦੀਲ ਹੋਇਆ, ਪਰ ਇੱਥੇ ਵੀ ਤਾਂ ਘਰ ਤੋਂ ਪਹਿਲਾਂ 4 ਬੰਦੇ ਹੀ ਚੁੱਕਦੇ ਨੇ। ਅੱਗੇ ਗੱਡੀ ਆ ਜਾਂਦੀ ਹੈ, ਗੱਲ ਵੱਖਰੀ ਹੈ, ਪਰ 4 ਬੰਦੇ ਹੀ ਚੁੱਕਦੇ ਨੇ। 4 ਬੰਦੇ ਚੁੱਕਦੇ ਨੇ ਅਰਥੀ ਤਿਆਰ ਕਰਕੇ। ਅਰਥੀ ਤਿਆਰ ਕਰਕੇ 4 ਸਰੀਰ ਅਰਥੀ ਚੁੱਕ ਲੈਂਦੇ ਨੇ। ਅੱਗੇ 4 ਸਰੀਰ ਅਰਥੀ, ਪਿੱਛੇ ਭਾਈ, ਤੇ ਭਾਈਆਂ ਤੋਂ ਪਿੱਛੇ ਮਾਈਆਂ ਆਉਂਦੀਆਂ ਨੇ। ਤੇ ਜਿਹੜਾ ਜਾਣ ਵਾਲਾ ਅੱਗੇ ਹੁੰਦਾ, ਜਿਹਨੂੰ ਚੱਕੀ ਤੁਰੀ ਜਾਂਦੇ ਨੇ। ਸਾਧ ਸੰਗਤ, ਮੈਂ ਤੇ ਇੱਥੋਂ ਤੱਕ ਵੀ ਅਧਿਐਨ ਕੀਤਾ। ਮੇਰਾ ਕੋਈ ਸਾਥੀ ਮਿੱਤਰ ਸੀ, ਉਹਦੇ ਸੰਸਕਾਰ 'ਤੇ ਜਦੋਂ ਗਏ ਨਾ, ਤੇ ਪੁਰਾਣੀਆਂ ਯਾਦਾਂ ਚੇਤੇ ਆਈਆਂ, ਯਾਦ ਆਈਆਂ ਵੀ ਇਕੱਠੇ ਬਾਬਾ ਬੋਲਤੇ ਥੇ, ਕਹਾਂ ਗਏ, ਕਿੱਥੇ ਚਲੇ ਗਏ ਤੁਸੀਂ? ਸਾਡੇ ਨਾਲ ਬੋਲਦੇ, ਗੱਲਾਂ ਬਾਤਾਂ ਕਰਦੇ, ਕਿੱਥੇ ਚਲੇ ਗਏ? ਸਾਧ ਸੰਗਤ, ਉਹਨਾਂ ਦਾ ਇਸ਼ਨਾਨ ਕਰਾਇਆ, ਉਹਨਾਂ ਦੇ ਕੱਪੜੇ ਪਹਿਨਾਏ, ਉਹਨਾਂ ਨੂੰ ਚੁੱਕ ਕੇ ਅਰਥੀ 'ਤੇ ਪਾ ਦਿੱਤਾ, ਔਰ ਆਪਣੇ ਹੱਥੀਂ ਚੁੱਕ ਕੇ ਉਹਨਾਂ ਨੂੰ ਲੱਕੜਾਂ 'ਤੇ ਵੀ ਪਾ ਦਿੱਤਾ। ਉਹਨਾਂ ਦੇ ਕੋਮਲ ਸਰੀਰ 'ਤੇ ਆਪ ਚੁੱਕ ਕੇ ਭਾਰੀਆਂ ਭਾਰੀਆਂ ਲੱਕੜਾਂ ਰੱਖ ਦਿੱਤੀਆਂ। ਕਦੇ ਐਸਾ ਹੀ ਨਾ ਹੋਵੇ ਕਿ ਇਹਦਾ ਸਰੀਰ ਜਲੇ ਹੀ ਨਾ। ਮੋਟੀਆਂ ਮੋਟੀਆਂ ਲੱਕੜਾਂ ਰੱਖ ਦਿੱਤੀਆਂ। ਤੇ ਉੱਥੇ ਯਾਦ ਆਇਆ, ਕਹਿੰਦੇ ਉਹ ਮਣਾ, ਆ ਨਾਲ ਤੁਰਨ ਵਾਲਾ ਸਾਥੀ, ਕੋਮਲ ਸਰੀਰ, ਸੁੰਦਰ ਦੇ, ਸੁੰਦਰ ਕਾਇਆ ਨੂੰ ਚੁੱਕ ਕੇ ਆਪ ਲੱਕੜਾਂ ਵਿੱਚ, ਚਿਖਾ ਵਿੱਚ ਡਾਹ ਦਿੱਤਾ। ਉਹ ਮਣਾ, ਇੱਕ ਦਿਨ ਇਹ ਹਾਲ ਤਾਂ ਤੇਰਾ ਵੀ ਹੋਣਾ ਹੈ, ਤੇਰਾ ਵੀ ਹੋਣਾ। ਪਾਉ ਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ। ਜਿਹੜਾ ਦੂਜਿਆਂ ਨਾਲ ਹੋ ਰਿਹਾ, ਇੱਕ ਦਿਨ ਤੇਰੇ ਵੀ ਇਹ ਹੋਣਾ, ਤੇਰੇ ਨਾਲ ਵੀ ਖੇਲ ਵਰਤਣਾ ਹੈ। ਉੱਥੇ ਫਿਰ ਆਮਦ ਕੀ ਹੋਈ ਕਿ ਮੈਂ ਵੀ ਤਾਂ ਜਾਵਣਾ ਛੱਡ ਕੇ ਇਹ ਰੰਗਲੀ ਦੁਨੀਆ। ਮੈਂ ਵੀ ਤਾਂ ਇੱਕ ਦਿਨ ਰੰਗਲੀ ਦੁਨੀਆ, ਸੰਗੀ ਸਾਥੀਆਂ ਨੂੰ ਛੱਡ ਕੇ ਇਸ ਸੰਸਾਰ ਤੋਂ ਰੁਖਸ਼ਤ ਹੋਣਾ, ਅਲਵਿਦਾ ਹੋਣਾ। ਤੇ ਸਾਧ ਸੰਗਤ, ਉਹ ਜਾਂਦਾ ਹੋਇਆ ਮੁਰਦਾ 4 ਸਰੀਰ ਚੁੱਕੀ ਜਾਂਦੇ ਨੇ। ਪਿੱਛੇ ਪਿੱਛੇ ਭਾਈ, ਤੇ ਭਾਈਆਂ ਤੋਂ ਪਿੱਛੇ ਮਾਈਆਂ। ਤੇ ਜਾਣ ਵਾਲਾ ਰਾਹੀ ਇੱਕ ਪੈਗਾਮ ਦੇ ਕੇ ਜਾਂਦਾ ਹੈ, ਇੱਕ ਇਲਹਾਮ ਦੇ ਕੇ ਜਾਂਦਾ। ਕੀ ਕਹਿੰਦਾ? ਇਹ ਜਗ ਸੁਪਨੇ ਦੀ ਨਿਆਈ ਹੈ, ਮੌਜਾਂ ਮਾਣ ਦੇ ਕਈ ਅਮੀਰ ਤੁਰ ਗਏ।